हाँ जी प्यारे दोस्तों, विद्यार्थियों, पाठकों, ਸਰੋਤਿਓ, ਹੁਣੇ ਤੁਸੀਂ ਪਿੱਛੇ ਜੇ ਇੱਕ ਟੈਸਟ ਦੇ ਕੇ ਹਟੇ ਹੋ ਜਿਹੜੀਆਂ ਕਿ ਬਾਰਡਰ ਏਰੀਏ ਦੀਆਂ ਪੋਸਟਾਂ ਸੀ। ਉਹਦੇ ਵਾਸਤੇ ਮਾਸਟਰ ਕੇਡਰ ਦਾ ਜਿਹੜਾ ਟੈਸਟ ਹੋਇਆ, ਤੁਸੀਂ ਸਾਰਿਆਂ ਨੇ ਉਹ ਪੰਜਾਬੀ ਦਾ ਟੈਸਟ ਦੇ ਦਿੱਤਾ ਹੈ ਤੇ ਤੁਹਾਡੇ ਮਨਾਂ ਦੇ ਵਿੱਚ ਉਡੀਕ ਹੋਊਗੀ ਕਿ ਜਲਦ ਤੋਂ ਜਲਦ ਰਿਜ਼ਲਟ ਆਵੇ ਤਾਂ ਕਿ ਤੁਹਾਨੂੰ ਤੁਹਾਡਾ ਰਿਜ਼ਲਟ ਪਤਾ ਲੱਗ ਜੇ। ਅਸੀਂ ਇੱਕ ਯਤਨ ਕੀਤਾ ਹੈਗਾ ਦਾ ਗੋਲਡਨ ਗੇਟ ਸਟੂਡੀਓ ਵੱਲੋਂ ਕਿ ਇਹ ਜਿਹੜਾ ਤੁਹਾਡਾ ਪੰਜਾਬੀ ਦਾ ਪੇਪਰ ਸੀ, ਇਹਦੇ ਜਿਹੜੇ ਸਵਾਲਾਂ ਦੇ ਸਹੀ ਜਵਾਬ ਨੇ ਉਹ ਲੱਭੇ ਜਾਣ, ਤਲਾਸ਼ੇ ਜਾਣ। ਸੋ ਅੱਜ ਅਸੀਂ ਆਪਣੀ ਕੋਸ਼ਿਸ਼ ਦੇ ਵਿੱਚ ਸਫਲ ਹੋਏ ਹਾਂ। ਤੁਹਾਡੇ ਜਿਹੜੇ ਇਸ ਪੇਪਰ ਦੇ 150 ਸਵਾਲ ਨੇ, ਉਹਨਾਂ ਦੇ ਅਸੀਂ ਰਾਈਟ ਆਨਸਰ ਜਿਹੜੇ ਨੇ, ਸਹੀ ਜਵਾਬ ਨੇ, ਉਹ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਹੱਦ ਤੱਕ ਅਸੀਂ ਕਾਮਯਾਬ ਵੀ ਹੋਏ ਹਾਂ। ਸੋ ਪਿਆਰੇ ਵਿਦਿਆਰਥੀਓ, ਆਪਣਾ ਕੁਐਸਚਨ ਪੇਪਰ ਜਿਹੜਾ ਹੈ ਉਹ ਤੁਸੀਂ ਨਾਲ ਚੱਕ ਲਓ ਤੇ ਜਿਹੜਾ ਤੁਸੀਂ ਫਿਲ ਕਰਕੇ ਆਏ ਹੈਗੇ ਹੋ ਉਹ ਨਾਲ ਟੈਲੀ ਕਰ ਲਓ। ਮੈਨੂੰ ਲੱਗਦਾ ਕਿ ਤੁਹਾਨੂੰ ਅੱਜ ਹੀ ਪਤਾ ਲੱਗ ਜੂਗਾ ਕਿ ਤੁਹਾਡੇ ਕਿੰਨਿਆਂ ਦੇ ਵਿੱਚੋਂ ਕਿੰਨੇ ਨੰਬਰ ਆਉਣਗੇ। ਸੋ ਬਹੁਤੀ ਦੇਰੀ ਆਪਾਂ ਨਹੀਂ ਕਰਦੇ ਹੈਗੇ, ਆਪਾਂ ਸ਼ੁਰੂ ਕਰਦੇ ਹੈਗੇ ਹਾਂ ਕਾਊਂਟਡਾਊਨ। ਜਿਹੜਾ ਪੇਪਰ ਮੇਰੇ ਕੋਲ ਹੈ ਇਹ ਸੀਰੀਜ਼ ਸੀ ਹੈ। ਸੋ ਜਿਹੜੇ ਵੀ ਮੈਂ ਰਾਈਟ ਆਨਸਰ ਦੱਸੂਗਾ ਉਹ ਸੀ ਦੇ ਅਕੋਰਡਿੰਗ ਹੋਣਗੇ। ਬਾਕੀ ਮੈਂ ਨਾਲ ਬੋਲ ਕੇ ਵੀ ਦੱਸੂਗਾ ਤੇ ਤੁਸੀਂ ਉਹਦੇ ਨਾਲ ਟੈਲੀ ਕਰਨਾ ਹੈਗਾ। 101 ਨੰਬਰ ਸਵਾਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਕੌਣ ਸੀ? ਤਾਂ ਇਹਦਾ ਰਾਈਟ ਆਨਸਰ ਹੈ ਦਰਬਾਰੀ ਕਵੀ ਸੀ ਆਪਸ਼ਨ ਡੀ, ਹਾਸ਼ਮ। 102 ਸਵਾਲ ਹੈ ਕਿ ਵਾਰਿਸ ਸ਼ਾਹ ਦਾ ਜਨਮ ਸਥਾਨ ਕਿਹੜਾ ਹੈ? ਆਪਸ਼ਨ ਬੀ ਸਹੀ ਹੈ, ਸ਼ੇਖੂਪੁਰਾ। 103 ਨੰਬਰ ਤੇ ਜਿਹੜਾ ਸਵਾਲ ਆ ਰਿਹਾ ਹੈ ਕਿ ਰੱਬ ਭਰਿਆਂ ਤੋਂ ਕਰਦਾ ਸੱਖਣੇ, ਖਾਲੀ ਫੇਰ ਭਰੇ ਸਤਰਾਂ, ਇਹ ਕਿਹਦੀਆਂ ਲਿਖੀਆਂ ਹੋਈਆਂ ਨੇ? ਇਹ ਆਪਸ਼ਨ ਜਿਹੜਾ ਹੈ ਹਾਫਿਜ਼ ਬਰਖੁਰਦਾਰ, ਇਹ ਇਹਦਾ ਸਹੀ ਆਨਸਰ ਬਣਦਾ ਹੈ। 104 ਨੰਬਰ ਸਵਾਲ, ਵੀਰ ਰਸ ਨਾਲ ਸੰਬੰਧਿਤ ਕਿਹੜੀ ਰਚਨਾ ਹੈ? ਜਪ ਸਾਹਿਬ ਹੈ, ਬਚਿੱਤਰ ਨਾਟਕ ਹੈ, ਵਾਰ ਸ਼੍ਰੀ ਭਗੌਤੀ ਜੀ ਕੀ ਹੈ ਜਾਂ ਜਫਰਨਾਮਾ ਹੈ? ਤਾਂ ਅਸੀਂ ਕਹਿ ਸਕਦੇ ਹੈਗੇ ਆ ਕਿ ਵਾਰ ਸ਼੍ਰੀ ਭਗੌਤੀ ਜੀ ਕੀ, ਆਪਸ਼ਨ ਬੀ ਸਹੀ ਆਨਸਰ ਹੈ। ਵਾਰ ਸ਼੍ਰੀ ਭਗੌਤੀ ਜੀ ਨੂੰ ਵਾਰ ਦੁਰਗਾ ਕੀ ਤੇ ਚੰਡੀ ਦੀ ਵਾਰ ਵੀ ਕਿਹਾ ਜਾਂਦਾ ਹੈ। ਸੋ 104 ਦਾ ਸਹੀ ਆਨਸਰ ਹੈ ਆਪਸ਼ਨ ਬੀ, ਵਾਰ ਸ਼੍ਰੀ ਭਗੌਤੀ ਜੀ ਕੀ। 105 ਨੰਬਰ ਸਵਾਲ ਹੈ ਕਿ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਮਹਾਰਾਣੀ ਜਿੰਦਾ ਨਾਲ ਪੂਰੀ ਤਰ੍ਹਾਂ ਨਿਆਂ ਨਹੀਂ ਹੋਇਆ। ਇਹ ਜਿਹੜਾ ਕਥਨ ਹੈ ਕਿਹਨੇ ਕਿਹਾ? ਇਹ ਗੱਲ ਕਿਹਨੇ ਕਹੀ ਹੈ? ਇਹ ਸਵਾਲ ਹੈਗਾ ਤੇ ਇਹਦਾ ਰਾਈਟ ਆਨਸਰ ਹੈ ਡਾਕਟਰ ਗੰਡਾ ਸਿੰਘ। ਆਪਸ਼ਨ ਏ, ਡਾਕਟਰ ਗੰਡਾ ਸਿੰਘ ਨੇ ਇਹ ਗੱਲ ਕਹੀ ਹੈ ਜਿਹੜੀ ਉੱਪਰ ਤੁਸੀਂ ਪੜ੍ਹੀ ਹੈਗੀ ਹੈ। 106 ਨੰਬਰ ਸਵਾਲ, ਨਜਾਬਤ ਨੇ ਨਾਦਰ ਸ਼ਾਹ ਦੀ ਵਾਰ ਕਿਹੜੇ ਛੰਦ ਵਿੱਚ ਲਿਖੀ? ਥੋੜਾ ਜਿਹਾ ਕਨਫਿਊਜ਼ਿੰਗ ਇਹ ਸਵਾਲ ਹੈ। ਪੌੜੀਆਂ 'ਚ ਲਿਖੀ ਗਈ ਹੈ ਤੇ ਇਹਦੇ 'ਚ 2 ਛੰਦ ਵਰਤੇ ਗਏ ਨੇ। ਇਹਦੇ 'ਚ ਨਿਸ਼ਾਨੀ ਵੀ ਵਰਤਿਆ ਗਿਆ ਤੇ ਸਿਰਖੰਡੀ ਵੀ ਵਰਤਿਆ ਗਿਆ ਹੈ ਨਾ, ਪਰ ਇਹਦੇ 'ਚ ਨਿਸ਼ਾਨੀ ਹੈ ਨਹੀਂ। ਇਹਦਾ ਮਤਲਬ ਰਾਈਟ ਆਨਸਰ ਸਿਰਖੰਡੀ ਬਣੂਗਾ। ਪਰ ਇਹ ਹੈ ਕਿ ਇਸ ਜਿਹੜੀ ਵਾਰ ਹੈ ਇਹਦੇ ਵਿੱਚ ਕਈ ਥਾਵਾਂ ਤੇ ਦਵਈਆ ਤੇ ਸੱਦ ਦੀ ਵਰਤੋਂ ਵੀ ਹੋਈ ਹੈਗੀ ਹੈ। ਤਾਂ ਬਹੁਤੀ ਜਿਹੜੀ ਵਰਤੋਂ ਹੈ ਉਹ ਸਿਰਖੰਡੀ ਛੰਦ ਦੀ ਹੋਈ ਹੈ, ਆਪਸ਼ਨ ਸੀ। ਅਸੀਂ ਇਹਨੂੰ ਹੀ ਰਾਈਟ ਮੰਨਦੇ ਹਾਂ, ਪਰ ਇਹ ਨਹੀਂ ਕਹਿ ਸਕਦੇ ਕਿ ਇਹਦੇ 'ਚ ਦਵਈਆ ਨਹੀਂ ਵਰਤਿਆ ਗਿਆ। ਇਹਦੇ ਬਾਰੇ ਵੀ ਜੇ ਕੁਐਰੀ ਪਾ ਸਕੂੰ ਤਾਂ ਜ਼ਰੂਰ ਕੁਐਰੀ ਪਾਉਣਾ ਤੇ ਉਹਨਾਂ ਤੋਂ ਪੁੱਛਣਾ ਕਿ ਬਈ 2 ਆਪਸ਼ਨਾਂ ਕਿਵੇਂ ਸਹੀ ਹੋ ਸਕਦੀਆਂ ਨੇ। ਹਾਂਜੀ, 107 ਨੰਬਰ ਸਵਾਲ ਹੈ ਕਿ ਭਾਈ ਵੀਰ ਸਿੰਘ ਦੀ ਕਵਿਤਾ ਦੀ ਕਿਹੜੀ ਪ੍ਰਕਿਰਤੀ ਹੈ? ਤਾਂ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਸੁਧਾਰਵਾਦੀ ਵੀ ਹੈ ਸੀ, ਧਾਰਮਿਕ ਸੁਧਾਰਵਾਦੀ ਵੀ ਹੈ ਸੀ, ਪਰ ਉਹਨਾਂ ਦੀਆਂ ਜਿਹੜੀਆਂ ਵਾਰਤਕ ਰਚਨਾਵਾਂ ਸੀ, ਨਾਟਕ ਨਾਲ ਸੰਬੰਧਿਤ ਰਚਨਾਵਾਂ ਸੀ, ਉਹਨਾਂ ਦੇ ਵਿੱਚ ਇਹ ਸਾਨੂੰ ਪ੍ਰਕਿਰਤੀ ਮਿਲਦੀ ਹੈਗੀ ਹੈ। ਕਵਿਤਾ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰਕਿਰਤੀ ਹੈ ਉਹ ਰਹੱਸਵਾਦੀ, ਦਾਰਸ਼ਨਿਕ ਜਿਹੜੀ ਪ੍ਰਕਿਰਤੀ ਹੈ ਉਹ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਗੁਰਮਤ ਅਤੇ ਛਾਇਆਵਾਦ ਦਾ ਜਿਹੜਾ ਪ੍ਰਭਾਵ ਹੈ ਉਹਨਾਂ ਦੀ ਕਵਿਤਾ ਤੇ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ 107 ਨੰਬਰ ਸਵਾਲ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਰਹੱਸਵਾਦੀ, ਦਾਰਸ਼ਨਿਕ। 108 ਨੰਬਰ ਸਵਾਲ, ਵਿਦਿਆ ਰਤਨਾਕਰ ਪੁਸਤਕ ਦਾ ਲੇਖਕ ਹੈ? ਆਪਸ਼ਨ ਬੀ ਸਹੀ ਹੈ, ਬਿਹਾਰੀ ਲਾਲ ਪੁਰੀ ਇਹਦਾ ਲੇਖਕ ਹੈ। 109 ਨੰਬਰ ਹੈ, ਵਾਰਤਕਾਰ ਸੂਬਾ ਸਿੰਘ ਦਾ ਜਨਮ ਸਥਾਨ? ਜ਼ਿਲ੍ਹਾ ਅੰਮ੍ਰਿਤਸਰ ਸਹੀ ਆਪਸ਼ਨ ਹੈ, ਆਪਸ਼ਨ ਏ। 110 ਨੰਬਰ ਸਵਾਲ ਹੈ ਕਿ ਰਵਿੰਦਰਨਾਥ ਟੈਗੋਰ ਦੇ ਪ੍ਰਭਾਵ ਹੇਠ ਕਿਸ ਨੇ ਪੰਜਾਬੀ ਵਿੱਚ ਰਚਨਾ ਸ਼ੁਰੂ ਕੀਤੀ? ਤਾਂ ਰਾਈਟ ਆਨਸਰ ਹੈ ਬਲਰਾਜ ਸਾਹਨੀ। ਬਲਰਾਜ ਸਾਹਨੀ ਕਿਉਂਕਿ ਕੁਝ ਸਮਾਂ ਸ਼ਾਂਤੀ ਨਿਕੇਤਨ ਦੇ ਵਿੱਚ ਰਹਿ ਕੇ ਆਏ ਸੀ, ਇਸ ਕਰਕੇ ਉਹਨਾਂ ਨੇ ਰਵਿੰਦਰਨਾਥ ਟੈਗੋਰ ਦਾ ਪ੍ਰਭਾਵ ਕਬੂਲਿਆ ਤੇ ਪੰਜਾਬੀ ਦੇ ਵਿੱਚ ਰਚਨਾ ਸ਼ੁਰੂ ਕੀਤੀ। 111 ਨੰਬਰ ਸਵਾਲ ਹੈ ਕਿ ਖਿੜਕੀਆਂ ਪੁਸਤਕ ਕਿਸ ਦੀ ਹੈ? ਬੀ ਆਪਸ਼ਨ ਨਰਿੰਦਰ ਸਿੰਘ ਕਪੂਰ, ਜਿਨ੍ਹਾਂ ਦੀ ਵਾਰਤਕ ਪੰਜਾਬੀ ਦੇ ਵਿੱਚ ਹੁਣ ਅਜੋਕੇ ਸਮੇਂ ਸਭ ਤੋਂ ਜ਼ਿਆਦਾ ਪੜ੍ਹੀ ਜਾਂਦੀ ਹੈ। ਆਪਸ਼ਨ ਬੀ ਸਹੀ ਆਨਸਰ ਹੈ 111 ਨੰਬਰ ਸਵਾਲ ਦਾ। 112
ਚਿੱਟਾ ਲਹੂ ਨਾਵਲ ਕਿਹੜੇ ਸੰਨ 'ਚ ਛਪਿਆ? ਸਹੀ ਜਵਾਬ ਜਿਹੜਾ ਹੈ ਉਹ ਹੈ ਆਪਸ਼ਨ ਸੀ, 1932 ਦੇ ਵਿੱਚ ਇਹ ਨਾਵਲ ਛਪ ਕੇ ਆਉਂਦਾ ਹੈ। 113 ਨੰਬਰ ਸਵਾਲ ਹੈ ਕਿ ਯਥਾਰਥਵਾਦੀ ਨਾਵਲਕਾਰ ਕਿਹੜਾ ਹੈ? ਕਿਉਂਕਿ ਪ੍ਰਮੁੱਖਤ ਰੂਪ ਦੇ ਵਿੱਚ ਯਥਾਰਥਵਾਦੀ ਨਾਵਲਕਾਰ ਜਿਹੜਾ ਹੈਗਾ ਉਹ ਸੁਰਿੰਦਰ ਸਿੰਘ ਨਰੂਲਾ ਨੂੰ ਮੰਨਿਆ ਜਾਂਦਾ ਹੈ, ਉਹ ਇਸ ਆਪਸ਼ਨ ਦੇ ਵਿੱਚ ਨਹੀਂ ਹੈਗਾ। ਤਾਂ ਅਸੀਂ ਇਹ ਕਹਿ ਸਕਦੇ ਹੈਗੇ ਆ ਕਿ ਇਹਦੇ ਵਿੱਚੋਂ ਪ੍ਰਮੁੱਖਤ ਜਿਹੜਾ ਯਥਾਰਥਵਾਦੀ ਨਾਵਲਕਾਰ ਹੈ ਉਹ ਗੁਰਦਿਆਲ ਸਿੰਘ ਹੈ। 114 ਨੰਬਰ ਸਵਾਲ, ਸਰਬਲੋਹ ਦੀ ਵਹੁਟੀ ਕਿਹਦੀ ਕਹਾਣੀ ਆ? ਬੜਾ ਪ੍ਰਚਲਿਤ ਸਵਾਲ ਹੈ, ਅਕਸਰ ਜਿਹੜਾ ਹੈਗਾ ਇਹ ਇਮਤਿਹਾਨਾਂ ਦੇ ਵਿੱਚ ਆਉਂਦਾ ਹੈਗਾ ਤੇ ਰਾਈਟ ਆਨਸਰ ਤੁਹਾਨੂੰ ਪਤਾ ਹੀ ਹੋਊਗਾ, ਆਪਸ਼ਨ ਏ ਲਾਲ ਸਿੰਘ ਕਮਲਾ ਅਕਾਲੀ ਜਿਹੜਾ ਹੈ ਉਹ ਇਸ ਕਹਾਣੀ ਦੇ ਰਚੈਤਾ ਨੇ। 115 ਨੰਬਰ ਸਵਾਲ ਹੈ ਕਿ ਬੂਟਾ ਸਿੰਘ ਵਿਰਕ ਦੀ ਕਿਸ ਕਹਾਣੀ ਦਾ ਪਾਤਰ ਹੈ? ਤਾਂ ਇਹ ਸਵਾਲ ਦਾ ਸਹੀ ਜਵਾਬ ਹੈ ਡੀ, ਦੋ ਆਨੇ ਦਾ ਘਾਹ। 116 ਰੂਪੀ ਟ੍ਰੇਡ ਰਸਾਲਾ ਕੌਣ ਪ੍ਰਕਾਸ਼ਿਤ ਕਰਦਾ ਰਿਹਾ ਹੈ? ਆਪਸ਼ਨ ਏ ਸਹੀ ਹੈ, ਅਜੀਤ ਕੌਰ ਇਹਦੇ ਸੰਪਾਦਕ ਰਹੇ ਨੇ। 117 ਹੈਗਾ ਕਿ ਸੁਜਾਨ ਸਿੰਘ ਨੂੰ ਕਿਸ ਪੁਸਤਕ ਤੇ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ? ਆਪਸ਼ਨ ਡੀ ਸਹੀ ਹੈ, ਸ਼ਹਿਰ ਤੇ ਗ੍ਰਾਂ ਉਹ ਪੁਸਤਕ ਸੀ ਜਿਹਦੇ ਤੇ ਸਾਹਿਤ ਅਕਾਦਮੀ ਦਾ ਅਵਾਰਡ ਮਿਲਿਆ ਸੁਜਾਨ ਸਿੰਘ ਨੂੰ 1986 ਦੇ ਵਿੱਚ। 118 ਨੰਬਰ ਸਵਾਲ ਹੈ ਕਿ ਮੁਰਕੀਆਂ ਇੱਕ ਕਹਾਣੀ ਆ, ਉਹਦਾ ਰਚੈਤਾ ਕੌਣ ਹੈ? ਮੁਰਕੀਆਂ ਜਿਹੜੀ ਕਹਾਣੀ ਆ ਇਹਦਾ ਤੁਸੀਂ ਦੇਖੀ ਹੋਊਗੀ, ਇਹ ਜਲੰਧਰ ਦੂਰਦਰਸ਼ਨ ਤੇ ਕਹਾਣੀ ਆਂਦੀ ਹੁੰਦੀ ਸੀ, ਰਵੀਦੀਪ ਦੁਆਰਾ ਡਾਇਰੈਕਟ ਕੀਤੀ ਹੋਈ ਇਹ ਕਹਾਣੀ, ਜਿਹਦੇ ਵਿੱਚ ਅਮਰ ਨੂਰੀ ਨੇ ਰੋਲ ਕੀਤਾ ਸੀ, ਮਾਸਟਰ ਸਲੀਮ ਨੇ ਰੋਲ ਕੀਤਾ ਸੀ। ਉਹ ਜਿਹੜੀ ਕਹਾਣੀ ਹੈ ਮੁਰਕੀਆਂ ਉਹ ਲਿਖੀ ਹੋਈ ਹੈ ਨੌਰੰਗ ਸਿੰਘ ਦੀ, ਆਪਸ਼ਨ ਡੀ ਰਾਈਟ ਆਨਸਰ। ਅਗਲਾ ਜਿਹੜਾ ਸਵਾਲ ਹੈ 119 ਨੰਬਰ, ਇਹ ਇਹਨਾਂ ਨੇ ਜਿਹੜੀ ਗੁਰਬਾਣੀ ਹੈ ਇਹਨੂੰ ਸਹੀ ਢੰਗ ਦੇ ਨਾਲ ਪ੍ਰਕਾਸ਼ਿਤ ਨਹੀਂ ਕੀਤਾ ਹੈ, ਸ਼ਬਦ ਜੋੜਾਂ ਦੀਆਂ ਬਹੁਤ ਸਮੱਸਿਆਵਾਂ ਨੇ। ਇਹ ਹੈ ਕਿ ਜਹ ਪ੍ਰਸਾਦ ਬਸੈ ਸੁਖ ਮੰਦਰ, ਤਿਸ ਹੈ ਧਿਆਏ ਸਦਾ ਮਨ ਅੰਦਰ। ਇਹ ਜਿਹੜੀਆਂ ਪੰਕਤੀਆਂ ਨੇ ਇਹ ਹੈਗੀਆਂ ਨੇ ਜੀ ਸੁਖਮਨੀ ਸਾਹਿਬ ਦੇ ਵਿੱਚੋਂ, ਤਾਂ ਰਾਈਟ ਆਨਸਰ ਬਣਦਾ ਹੈਗਾ ਸੀ। 120 ਨੰਬਰ ਸਵਾਲ ਹੈ ਕਿ ਸੀ ਹਰਫੀ ਦਾ ਆਧਾਰ ਕਿੰਨੇ ਅੱਖਰ ਹੁੰਦੇ ਹਨ? ਤਾਂ ਰਾਈਟ ਆਨਸਰ ਹੈ ਬੀ 30। 121 ਗੋਸ਼ਟਾਂ ਕਿਸ ਸਾਹਿਤ ਰੂਪ ਨਾਲ ਸੰਬੰਧਿਤ ਹਨ? ਇਸ ਸਵਾਲ ਤੇ ਵੀ ਕੁਐਰੀ ਹੋ ਸਕਦੀ ਹੈਗੀ ਹੈ, ਕਿਉਂਕਿ ਗੋਸ਼ਟਾਂ ਸਾਨੂੰ ਵਾਰਤਕ ਤੇ ਕਵਿਤਾ ਦੇ ਵਿੱਚ ਦੋਨਾਂ ਦੇ ਵਿੱਚ ਮਿਲਦੀਆਂ ਨੇ। ਆਪਸ਼ਨਾਂ ਹੁਣ ਦੋਨੋਂ ਹੈਗੀਆਂ ਨੇ, ਪਰ ਫਿਰ ਵੀ ਜਿਹੜੀ ਬਹੁਤੀ ਮਿਲਦੀ ਹੈ ਉਹ ਕਵਿਤਾ ਦੇ ਵਿੱਚ ਮਿਲਦੀ ਹੈ, ਸੋ ਰਾਈਟ ਆਨਸਰ ਬੀ ਬਣਦਾ ਹੈ, ਪਰ ਇਹਦੇ ਤੇ ਕੁਐਰੀ ਪਾਈ ਜਾ ਸਕਦੀ ਹੈਗੀ ਹੈ। 122 ਨੰਬਰ ਬੜੀ ਮਸ਼ਹੂਰ ਕਹਾਣੀ ਹੈ ਕੁਰਸੀ। ਇਹਨਾਂ ਨੇ ਪੁੱਛਿਆ ਹੈ ਕਿ ਕੁਰਸੀ ਰਚਨਾ ਸਾਹਿਤ ਦੀ ਕਿਹੜੀ ਵਿਧਾ ਨਾਲ ਸੰਬੰਧਿਤ ਹੈ? ਤਾਂ ਰਾਈਟ ਆਨਸਰ ਇਜ਼ ਬੀ ਕਹਾਣੀ, ਰਘੁਬੀਰ ਢੰਡ ਦੀ ਲਿਖੀ ਹੋਈ ਬੜੀ ਹੀ ਮਸ਼ਹੂਰ ਬਹੁਤ ਹੀ ਪਿਆਰੀ ਕਹਾਣੀ ਹੈ ਕੁਰਸੀ। 123 ਹੈ ਕਿ ਭਾਸ਼ਾ ਪਰਿਵਰਤਨ ਦਾ ਕਾਰਨ ਕੀ ਹੈ? ਵੈਸੇ ਤਾਂ ਡੀ ਆਪਸ਼ਨ ਸਹੀ ਲੱਗਦਾ ਹੈ, ਸਾਰੇ ਹੀ ਕਾਰਨ ਨੇ, ਇਹਨਾਂ ਸਾਰੇ ਕਾਰਨਾਂ ਕਰਕੇ ਹੀ ਭਾਸ਼ਾ ਬਦਲ ਜਾਂਦੀ ਹੈ ਜਦੋਂ ਸ਼ਬਦ ਉਧਾਰੇ ਲਏ ਜਾਂਦੇ ਨੇ, ਸਮਾਜਿਕ ਰੂਪ ਦੇ ਵਿੱਚ ਵੀ ਭੂਗੋਲਿਕ ਰੂਪ ਦੇ ਵਿੱਚ ਵੀ। ਪਰ ਸਾਡੇ ਇੱਥੇ ਇਹ ਪ੍ਰਚਲਿਤ ਹੈ, ਅਸੀਂ ਕਹਿ ਦਿੰਦੇ ਹਾਂ ਕਿ 12 ਕੋਹ ਤੇ ਜਾ ਕੇ ਭਾਸ਼ਾ ਬਦਲ ਜਾਂਦੀ ਹੈ, ਤਾਂ ਇਹਦਾ ਮਤਲਬ ਇਹ ਹੋਇਆ ਕਿ ਜੀਓਗ੍ਰਾਫੀਕਲ ਭੂਗੋਲਿਕ ਉਹ ਸਥਿਤੀ ਹੈ ਜਿਹਦੇ ਕਰਕੇ ਭਾਸ਼ਾ ਦੇ ਵਿੱਚ ਪਰਿਵਰਤਨ ਆਉਂਦਾ ਹੈ। ਤਾਂ ਜਿਹੜਾ ਸਹੀ ਆਨਸਰ ਹੈ ਉਹ ਸਾਨੂੰ ਲੱਗਦਾ ਹੈ ਕਿ ਉਹ ਹੋ ਸਕਦਾ ਹੈਗਾ ਆਪਸ਼ਨ ਏ। ਜੇ ਤੁਸੀਂ ਆਪਸ਼ਨ ਏ ਸਹੀ ਲਾਇਆ ਤਾਂ ਤੁਹਾਡਾ ਆਨਸਰ ਬਿਲਕੁਲ ਸਹੀ ਹੋਊਗਾ। 124 ਨੰਬਰ ਸਵਾਲ ਹੈ ਕਿ ਪ੍ਰਮਾਣਿਤ ਮਾਨਦੰਡ ਤੋਂ ਨੀਵੇਂ ਪੱਧਰ ਦੇ ਬੋਲਚਾਲ ਨੂੰ ਕਿਹਾ ਜਾਂਦਾ ਹੈ? ਇਹ ਆਪਸ਼ਨ ਏ ਸਹੀ ਹੈ ਜੀ, ਅਪਭਾਸ਼ਾ ਜਿਹਨੂੰ ਸਲੈਂਗ ਕਹਿੰਦੇ ਨੇ। ਸਲੈਂਗ ਜਿਹੜੀ ਹੈਗੀ ਹੈ ਗਾਲੀ ਗਲੋਚ ਵੀ ਹੁੰਦੀ ਹੈ, ਜਾਂ ਜਿਹੜੇ ਕੁਝ ਪਾਰਟੀਕੂਲਰ ਗਰੁੱਪ ਹੁੰਦੇ ਨੇ ਜਦੋਂ ਉਹ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਤਾਂ ਜਿਹੜੀ ਉਹ ਭਾਸ਼ਾ ਵਰਤਦੇ ਨੇ ਉਹ ਅਪਭਾਸ਼ਾ ਹੁੰਦੀ ਹੈ। 125 ਨੰਬਰ ਹੈ ਕਾਕਲ ਦਾ ਮੁੱਖ ਕੰਮ ਕੀ ਹੈ? ਇਹਦਾ ਜਵਾਬ ਜਿਹੜਾ ਹੈ ਉਹ ਮੈਨੂੰ ਨਹੀਂ ਲੱਭਿਆ। ਜੇ ਕਿਸੇ ਮਿੱਤਰ ਨੂੰ ਇਹ ਸਵਾਲ ਦਾ ਜਵਾਬ ਲੱਭਦਾ ਹੈ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੇ। 126 ਨੰਬਰ ਸਵਾਲ ਹੈ ਕਿ ਜਿਨ੍ਹਾਂ ਵਿਅੰਜਨਾਂ ਦੇ ਉਚਾਰਨ ਸਮੇਂ ਸੁਰ ਤੰਦਾਂ ਵਿੱਚ ਕੰਬਣ ਪੈਦਾ ਹੁੰਦੀ ਹੈ ਉਹ ਕੀ ਹੁੰਦੇ ਨੇ? ਰਾਈਟ ਆਨਸਰ ਹੈ ਸੀ ਸਗੋਸ਼। ਸਗੋਸ਼ ਧੁਨੀਆਂ ਜਾਂ ਨਾਦੀ ਧੁਨੀਆਂ ਵੀ ਕਿਹਾ ਜਾਂਦਾ ਹੈ। 127 ਸਵਾਲ ਹੈ ਕਿ ਇੱਕ ਸੀ ਅਨੀਤਾ ਰਚਨਾ ਸਾਹਿਤ ਦੀ ਕਿਹੜੀ ਵਿਧਾ ਹੈ? ਅੰਮ੍ਰਿਤਾ ਪ੍ਰੀਤਮ ਦੁਆਰਾ ਰਚਿਆ ਗਿਆ ਨਾਵਲ ਹੈ ਜੀ ਇਹ। ਆਪਸ਼ਨ ਬੀ ਜਿਹੜਾ ਹੈ ਉਹ ਸਹੀ ਆਨਸਰ ਹੈਗਾ। 128 ਹੈ ਨਾਟਕ ਅਤੇ ਰੇਖਾ ਚਿੱਤਰ ਤੇ ਕਿਸ ਨੇ ਕਲਮ ਅਜ਼ਮਾਈ ਹੈ? ਤਾਂ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਬਲਵੰਤ ਗਾਰਗੀ ਉਹ
ਲੇਖਕ ਹੈ ਜਿਨੇ ਕਿ ਨਾਟਕ ਵੀ ਲਿਖੇ ਨੇ, ਬੜੇ ਖੂਬਸੂਰਤ ਨਾਟਕ ਲਿਖੇ ਨੇ। ਲੋਹਾ ਕੁੱਟ ਮਿਰਜ਼ਾ ਸਾਹਿਬਾ, ਸੁਲਤਾਨ ਰਜ਼ੀਆ, ਕੇਸਰੋ ਵਰਗੇ ਨਾਟਕ ਲਿਖੇ ਨੇ ਤੇ ਨਾਲ ਹੀ ਉਹਦੇ ਰੇਖਾ ਚਿੱਤਰ ਬੜੇ ਮਸ਼ਹੂਰ ਹੋਏ ਨੇ। ਨਿੰਮ ਦੇ ਪੱਤੇ, ਕੌਡੀਆਂ ਵਾਲਾ ਸੱਪ, ਸ਼ਰਬਤ ਦੀਆਂ ਘੁੱਟਾਂ, ਹਸੀਨ ਚਿਹਰੇ, ਕਾਸ਼ਨੀ ਵਿਹੜਾ, ਹਨਾ, ਬਹੁਤ ਸਾਰੀਆਂ ਕਿਤਾਬਾਂ ਨੇ ਰੇਖਾ ਚਿੱਤਰ ਦੀਆਂ ਜਿਹੜੀਆਂ ਕਿ ਬਹੁਤ ਪ੍ਰਸਿੱਧ ਹੋਈਆਂ ਨੇ। ਸੋ ਇਹਦਾ ਰਾਈਟ ਆਨਸਰ ਹੈ 128 ਦਾ ਆਪਸ਼ਨ ਬੀ, ਬਲਵੰਤ ਗਾਰਗੀ। 129ਵਾਂ ਸਵਾਲ ਹੈ ਕਿ ਸੁਹਾਗ ਇਕਾਂਗੀ ਲਿਖਿਆ ਗਿਆ। ਰਾਈਟ ਆਨਸਰ ਹੈ ਆਪਸ਼ਨ ਏ 1913 ਦੇ ਵਿੱਚ ਈਸ਼ਵਰ ਚੰਦਰ ਨੰਦਾ ਦੁਆਰਾ ਲਿਖਿਆ ਗਿਆ ਇਕਾਂਗੀ, ਜਿਹੜਾ ਕਿ ਸੁਹਾਗ ਅਤੇ ਦੁਲਹਨ ਦੇ ਨਾਮ ਨਾਲ ਵੀ ਪ੍ਰਸਿੱਧ ਹੈ। 1913 ਦੇ ਵਿੱਚ ਲਿਖਿਆ ਗਿਆ। ਰਾਈਟ ਆਨਸਰ 1913 ਆਪਸ਼ਨ ਏ। 130 ਨੰਬਰ ਸਵਾਲ ਹੈ ਕਿ ਕੋਟ ਤੇ ਮਨੁੱਖ ਕਹਾਣੀ ਦਾ ਰਚੈਤਾ ਹੈ। ਨਵਤੇਜ ਸਿੰਘ ਇਸ ਕਹਾਣੀ ਦਾ ਰਚੈਤਾ ਹੈ। ਨਵਤੇਜ ਸਿੰਘ ਦੀ ਬੜੀ ਮਸ਼ਹੂਰ ਕਹਾਣੀ ਹੈ ਕੋਟ ਤੇ ਮਨੁੱਖ। ਆਪਸ਼ਨ ਡੀ ਸਹੀ ਆਨਸਰ ਹੈ 130 ਨੰਬਰ ਸਵਾਲ ਦਾ। 131 ਕਨਫਿਊਜ਼ਿੰਗ ਸਵਾਲ ਹੈ ਕਿ ਨਾਰੀ ਦੀ ਕਰੁਣਾਮਈ ਵੇਦਨਾ ਨੂੰ ਕਿਸ ਇਸਤਰੀ ਲੇਖਿਕਾ ਨੇ ਪੇਸ਼ ਕੀਤਾ ਹੈ। ਜੇ ਆਪਾਂ ਅਜੀਤ ਕੌਰ ਨੂੰ ਛੱਡ ਵੀ ਦਈਏ ਤਾਂ ਬਾਕੀ ਤਿੰਨ ਜਿਹੜੀਆਂ ਲੇਖਿਕਾਵਾਂ ਨੇ ਉਹਨਾਂ ਨੇ ਪੇਸ਼ ਕੀਤਾ ਹੈਗਾ ਕਰੁਣਾਮਈ ਵੇਦਨਾ ਨੂੰ, ਨਾਰੀ ਦੀ ਜਿਹੜੀ ਹੈਗੀ ਹੈ। ਤਾਂ ਹੁਣ ਅਸੀਂ ਦਲੀਪ ਕੌਰ ਟਿਵਾਣਾ ਵੀ ਕਹਿ ਸਕਦੇ ਹੈਗੇ ਆ, ਅੰਮ੍ਰਿਤਾ ਪ੍ਰੀਤਮ ਵੀ ਕਹਿ ਸਕਦੇ ਹੈਗੇ ਆ, ਪਰ ਆਪਸ਼ਨ ਬੀ ਪਹਿਲਾਂ ਆਉਂਦਾ, ਇਸ ਕਰਕੇ ਰਾਈਟ ਦੇ ਜ਼ਿਆਦਾ ਨੇੜੇ ਹੈ ਅੰਮ੍ਰਿਤਾ ਪ੍ਰੀਤਮ, ਆਪਸ਼ਨ ਬੀ। ਪਰ ਇਹ ਸਵਾਲ ਤੇ ਵੀ ਕੁਐਰੀ ਪੈ ਸਕਦੀ ਹੈਗੀ ਹੈ ਕਿ ਉਹ ਕਿਹੜੀਆਂ ਲੇਖਿਕਾਵਾਂ ਨੇ ਜਿਨ੍ਹਾਂ ਨੇ ਨਾਰੀ ਦੀ ਕਰੁਣਾਮਈ ਵੇਦਨਾ ਨੂੰ ਪੇਸ਼ ਨਹੀਂ ਕੀਤਾ ਹੈਗਾ। 132 ਨੰਬਰ ਸਵਾਲ, ਮੈਂ ਇਸ ਸਵਾਲ ਨਾਲ ਸਹਿਮਤ ਨਹੀਂ ਹੈਗਾ ਕਿਉਂਕਿ ਇਹ ਵੀ ਉਹੋ ਜਿਹਾ ਸਵਾਲ ਹੀ ਹੈਗਾ। ਇਹ ਸਵਾਲ ਫਰੂਟਫੁਲ ਨਹੀਂ ਹੈਗਾ ਬਿਲਕੁਲ ਵੀ। ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ ਜੀਵਨੀ ਦਾ ਅੰਸ਼ ਹੈ ਗਲੀਏ ਚਿੱਕੜ ਦੂਰ ਘਰ, ਹਨਾ। ਇਹਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਲੇਖਕ ਨੇ ਕਿੰਨੇ ਵਰਿਆਂ ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਹੈਗਾ, ਹਨਾ। ਇਹ ਪੁੱਛਣ ਵਾਲਾ ਸਵਾਲ ਨਹੀਂ ਸੀ, ਚਲੋ ਪੁੱਛ ਲਿਆ ਤਾਂ ਦੱਸ ਦਿੰਦੇ ਆ ਕਿ ਆਪਸ਼ਨ ਬੀ ਹੈ 12 ਵਰਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। 133 ਨੰਬਰ ਸਵਾਲ, ਜੀਤਾਂ ਦੇ ਨਾਂ ਕਿਸ ਦੀ ਪੁਸਤਕ ਹੈ। ਪਹਿਲੀ ਗੱਲ, ਇਹ ਪੁਸਤਕ ਦਾ ਨਾਮ ਇਹਨਾਂ ਨੇ ਗਲਤ ਲਿਖਿਆ, ਅਧੂਰਾ ਲਿਖਿਆ। ਪੁਸਤਕ ਦਾ ਨਾਮ ਹੈਗਾ ਚਿੱਠੀਆਂ ਜੀਤਾਂ ਦੇ ਨਾਂ। ਤਾਂ ਇਹ ਜਿਹੜੀ ਪੁਸਤਕ ਹੈ ਇਹ ਲਿਖੀ ਹੋਈ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਦੀ। ਆਪਸ਼ਨ ਏ ਸਹੀ ਆਨਸਰ ਹੈ। ਲਓ ਜੀ 134 ਨੰਬਰ ਸਵਾਲ ਆ ਗਿਆ ਜਿਹਦੀਆਂ ਕਿ ਸਾਰੀਆਂ ਆਪਸ਼ਨ ਗਲਤ ਨੇ। ਇਹਦੀ ਕੁਐਰੀ ਪਾ ਦਿਓ, ਤੁਹਾਨੂੰ ਗ੍ਰੇਸ ਮਾਰਕ ਮਿਲ ਜਾਣਗੇ। ਸਵਾਲ ਇਹਨਾਂ ਨੇ ਪੁੱਛਿਆ ਕਿ ਇਹਨਾਂ ਚੋਂ ਸਹੀ ਜੁੱਟ ਕਿਹੜਾ ਹੈ। ਸਹੀ ਜੁੱਟ ਕੋਈ ਵੀ ਨਹੀਂ ਹੈਗਾ। ਮਹਿਕ ਦੀ ਜਿਹੜੀ ਮੌਤ ਹੈ ਇਹ ਅਜੀਤ ਕੌਰ ਦੀ ਕਹਾਣੀ ਹੈ, ਕੁਲਵੰਤ ਸਿੰਘ ਵਿਰਕ ਦੀ ਨਹੀਂ ਹੈਗੀ। ਪਰਛਾਵੇਂ ਜਿਹੜਾ ਹੈ ਇਹ ਇੱਕ ਟੀਵੀ ਸੀਰੀਅਲ ਹੁੰਦਾ ਸੀ, ਹਨਾ। ਇਹ ਲਿਖਿਆ ਸੀ ਓਮ ਪ੍ਰਕਾਸ਼ ਗਾਸੋ ਨੇ ਤੇ ਰਵੀਦੀਪ ਨੇ ਬਣਾਇਆ ਹੈਗਾ ਸੀ। ਚਲੋ ਉਹਦੀ ਗੱਲ ਆਪਾਂ ਛੱਡ ਵੀ ਦਿੰਦੇ ਹਾਂ। ਪਰਛਾਵੇਂ ਇੱਕ ਸਾਹਿਤਕ ਰਚਨਾ ਹੈ ਜਿਹੜੀ ਕਿ ਨਿਰੰਜਨ ਤਸਨੀਮ ਨੇ ਲਿਖੀ ਹੋਈ ਹੈ ਜੀ, ਨਾਵਲ ਹੈ। ਭਾਬੀ ਮੈਨਾ ਜਿਹੜੀ ਕਹਾਣੀ ਹੈ ਉਹ ਨਾਨਕ ਸਿੰਘ ਨੇ ਨਹੀਂ ਲਿਖੀ ਹੋਈ, ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਲਿਖੀ ਹੋਈ ਹੈ। ਅੰਮ੍ਰਿਤਾ ਪ੍ਰੀਤਮ ਦੇ ਨਾਂ ਤੇ ਸੱਗੀ ਫੁੱਲ ਨਾਂ ਦੀ ਕੋਈ ਰਚਨਾ ਨਹੀਂ ਹੈਗੀ। ਜੇ ਹੈਗੀ ਹੈ ਤਾਂ ਮੈਂ ਆਪਣੀ ਗਲਤੀ ਸੁਧਾਰ ਲੂੰਗਾ ਕਿਉਂਕਿ ਮੈਨੂੰ ਤਾਂ ਲੱਭੀ ਨਹੀਂ ਹੈਗੀ। ਗੁਰਦਿਆਲ ਸਿੰਘ ਦੇ ਨਾਂ ਤੇ ਇੱਕ ਰਚਨਾ ਹੈਗੀ ਹੈ ਸੱਗੀ ਫੁੱਲ। ਤਾਂ ਇਹ ਜਿਹੜਾ ਸਵਾਲ ਹੈ ਇਹਦੀਆਂ ਸਾਰੀਆਂ ਆਪਸ਼ਨਸ ਮੈਨੂੰ ਗਲਤ ਲੱਗ ਰਹੀਆਂ ਨੇ। ਜੇ ਕਿਸੇ ਨੂੰ ਠੀਕ ਲੱਗਦੀਆਂ ਨੇ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ, ਹਵਾਲਾ ਵੀ ਨਾਲ ਜ਼ਰੂਰ ਦੇਣਾ। 135 ਨੰਬਰ ਸਵਾਲ ਹੈ, ਸਹੀ ਜੁੱਟ ਲੱਭਣੇ ਹੈਗੇ ਨੇ। ਪਹਿਲਾ ਜੁੱਟ ਹੈਗਾ ਕਰਤਾਰ ਸਿੰਘ ਦੁੱਗਲ, ਜੀਣਾ ਵੀ ਇੱਕ ਅਦਾ ਹੈ। ਗਲਤ ਹੈ ਕਿਉਂਕਿ ਜੀਣਾ ਵੀ ਇੱਕ ਅਦਾ ਹੈ, ਇਹ ਸਵੈ ਜੀਵਨੀ ਹੈ ਪ੍ਰਭਜੋਤ ਕੌਰ ਦੀ, ਹਨਾ। ਛਾਂਗਿਆ ਰੁੱਖ ਜਿਹੜਾ ਹੈ ਸੰਤ ਸਿੰਘ ਸੇਖੋ ਦਾ ਨਹੀਂ ਹੈਗਾ, ਇਹ ਮਾਧੋਪੁਰੀ ਦਾ ਲਿਖਿਆ ਹੋਇਆ। ਪਗਡੰਡੀਆਂ ਜਿਹੜਾ ਇਹ ਸਹੀ ਆਨਸਰ ਹੈਗਾ, ਬਚਿੰਤ ਕੌਰ ਦੀ ਸਵੈ ਜੀਵਨੀ ਹੈ ਪਗਡੰਡੀਆਂ, ਇਹ ਸਹੀ ਆਨਸਰ ਹੈ 135 ਦਾ ਸੀ। 136 ਦਾ ਹੈਗਾ ਕਿ ਕਵਿਤਾ ਦੀ ਪੰਕਤੀ ਦੇ ਖਾਲੀ ਸਥਾਨ ਵਿੱਚ ਕਿਹੜਾ ਸ਼ਬਦ ਆਵੇਗਾ। ਚਲੋ ਯਾਰੋ ਕਿ ਹੁਣ ਡੈਸ਼ ਡੈਸ਼ ਛੱਡੀਏ, ਸੁਰਜੀਤ ਪਾਤਰ ਦੀ ਇਹ ਕਵਿਤਾ ਹੈ। ਕਵਿਤਾ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਚਲੋ ਯਾਰੋ ਹੁਣ ਇਹ ਚੌਂਕ ਛੱਡੀਏ। ਤਾਂ ਆਪਸ਼ਨ ਸੀ ਜਿਹੜੀ ਹੈ ਚੌਂਕ, ਉਹ ਰਾਈਟ ਆਪਸ਼ਨ ਬਣਦੀ ਹੈਗੀ ਹੈ। ਅਗਲਾ ਸਵਾਲ 137 ਨੰਬਰ, ਗਲਪ ਸਾਹਿਤ ਦੀ ਪ੍ਰਸਿੱਧ ਜੁਗਤ ਹੈ। ਹਾਲਾਂਕਿ ਨਾਟਕੀਅਤਾ ਵੀ ਉਹਦੀ ਜੁਗਤ ਹੁੰਦੀ ਹੈ, ਪਰ ਪ੍ਰਸਿੱਧ ਜੁਗਤ ਇਹਨਾਂ ਨੇ ਪੁੱਛਿਆ ਤਾਂ ਅਸੀਂ ਕਹਾਂਗੇ ਆਪਸ਼ਨ ਬੀ ਰਾਈਟ ਹੈ। ਬ੍ਰਿਤਾਂਤਕਤਾ ਜਿਹੜੀ ਹੈਗੀ ਹੈ ਇਹਦੇ ਬਿਨਾ ਗਲਪ ਜਿਹੜਾ ਹੈ ਗਲਪ ਨਹੀਂ ਰਹਿੰਦਾ, ਤਾਂ ਬ੍ਰਿਤਾਂਤਕਤਾ ਹੀ ਇਹ ਪ੍ਰਸਿੱਧ ਜੁਗਤ ਹੋਊਗੀ। 138 ਨੰਬਰ ਹੈ ਕਿ ਪ੍ਰਗਤੀਵਾਦੀ ਧਾਰਾ ਨਾਲ ਸੰਬੰਧਿਤ ਨਹੀਂ ਹੈਗਾ। ਕੌਣ ਨਹੀਂ ਸੰਬੰਧਿਤ ਹੈਗਾ? ਤਾਂ ਅਸੀਂ ਕਹਿ ਸਕਦੇ ਹਾਂ ਭਾਈ ਵੀਰ ਸਿੰਘ, ਆਪਸ਼ਨ ਸੀ ਸੰਬੰਧਿਤ ਨਹੀਂ ਹੈਗਾ। ਅਗਲਾ ਸਵਾਲ ਹੈ 139 ਨੰਬਰ ਕਿ 1899 ਤੋਂ ਲੈ ਕੇ 1931 ਤੱਕ ਕਿਸ ਕਵੀ ਦਾ ਕਾਲਕ੍ਰਮ ਹੈ। ਹੁਣ ਜਿਹੜੇ ਲਾਲਾ ਕਿਰਪਾ ਸਾਗਰ ਨੇ ਇਹ 1875 ਤੋਂ 1939 ਤੱਕ ਨੇ,
ਪ੍ਰੋਫੈਸਰ ਪੂਰਨ ਸਿੰਘ 1881 ਤੋਂ 1931 ਤੱਕ ਨੇ। ਧਨੀ ਰਾਮ ਚਾਤ੍ਰਿਕ 1876 ਤੋਂ ਲੈ ਕੇ 1954 ਤੱਕ ਨੇ। ਇਹਨਾਂ ਨੇ ਪੁੱਛਿਆ 1899 ਤੋਂ 1931 ਤੱਕ, ਇਹੋ ਜਿਹਾ ਕੋਈ ਨਹੀਂ ਹੈਗਾ। ਸਹੀ ਆਨਸਰ ਹੈ ਡੀ, ਤਿੰਨਾਂ ਵਿੱਚੋਂ ਕੋਈ ਨਹੀਂ। ਅਗਲਾ ਸਵਾਲ ਹੈ ਜੀ 140 ਨੰਬਰ। ਇਹ ਹੈ ਕਿ ਕਿਸ ਕਵੀ ਦੀ ਕਵਿਤਾ ਦਾ ਆਰੰਭ ਕਿੱਸਿਆਂ ਤੋਂ ਹੋਇਆ? ਤਾਂ ਅਸੀਂ ਕਹਿ ਸਕਦੇ ਹੈਗੇ ਆ ਆਪਸ਼ਨ ਡੀ ਇਹਦਾ ਸਹੀ ਆਨਸਰ ਹੈ। ਧਨੀ ਰਾਮ ਚਾਤ੍ਰਿਕ ਜਿਹੜੇ ਨੇ ਇਹਨਾਂ ਦਾ ਆਰੰਭ ਕਿੱਸਿਆਂ ਦੇ ਨਾਲ ਹੁੰਦਾ ਹੈਗਾ। ਭਰਤਰੀ ਹਰੀ ਇਹਨਾਂ ਦਾ ਕਿੱਸਾ ਸੀ, ਨਲ ਦਮਯੰਤੀ ਇਹਨਾਂ ਦਾ ਕਿੱਸਾ ਸੀ, ਕਿਤਾਬ ਸੀ ਜਿੱਥੋਂ ਇਹਨਾਂ ਨੇ ਸ਼ੁਰੂਆਤ ਕਰੀ ਹੈਗੀ। ਉਸ ਤੋਂ ਬਾਅਦ ਇਹ ਕਵਿਤਾ ਵੱਲ ਆਏ। 141 ਨੰਬਰ ਜਿਹੜਾ ਸਵਾਲ ਹੈ, ਜੁਗਨੂ ਦੀਵਾ ਤੇ ਦਰਿਆ, ਇਹ ਗਜ਼ਲਾਂ ਦੀ ਕਿਤਾਬ ਹੈ ਤੇ ਡਾਕਟਰ ਜਗਤਾਰ ਇਹਦੇ ਰਚੈਤਾ ਨੇ, ਆਪਸ਼ਨ ਏ। 142 ਨੰਬਰ ਹੈ ਕਿ ਹੁਸਨ ਇਸ਼ਕ ਦੀਆਂ ਗੱਲਾਂ ਨੂੰ ਵਿਹਲੇ ਵੇਲੇ ਦੀਆਂ ਗੱਲਾਂ ਕਿਸ ਨੇ ਕਿਹਾ? ਤਾਂ ਇਹਦਾ ਰਾਈਟ ਆਨਸਰ ਹੈ ਡੀ, ਅੰਮ੍ਰਿਤਾ ਪ੍ਰੀਤਮ। ਇਹ ਕਹਿੰਦੀ ਹੈ ਕਿ ਹੁਸਨ ਇਸ਼ਕ ਦੀਆਂ ਗੱਲਾਂ ਵੇ ਬੀਬਾ, ਵਿਹਲੇ ਵੇਲੇ ਦੀਆਂ ਗੱਲਾਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਡੀ ਸਹੀ ਆਨਸਰ ਹੈ। 143 ਹੈ ਕਿ ਬਾਬਾ ਬਲਵੰਤ ਦੀ ਕਵਿਤਾ ਊਸ਼ਾ ਉਸਦੇ ਕਿਸ ਕਾਵਿ ਸੰਗ੍ਰਹਿ ਵਿੱਚ ਹੈ? ਆਪਸ਼ਨ ਸੀ ਸਹੀ ਆਨਸਰ ਹੈ, ਬੰਦਰਗਾਹ ਦੇ ਵਿੱਚ ਇਹ ਕਵਿਤਾ ਸ਼ਾਮਲ ਹੈ। 144 ਹੈ ਕਿ ਮਿੱਠੇ ਮੇਵੇ ਕਾਵਿ ਸੰਗ੍ਰਹਿ ਦਾ ਰਚਨਾਕਾਰ ਕੌਣ ਹੈ? ਵਿਧਾਤਾ ਸਿੰਘ ਤੀਰ ਇਹਦਾ ਸਹੀ ਆਨਸਰ ਹੈ, ਆਪਸ਼ਨ ਬੀ। ਉਹਨਾਂ ਦਾ ਜਿਹੜਾ ਬਾਲ ਸਾਹਿਤ ਨਾਲ ਰਿਲੇਟਡ ਇਹ ਸੀ ਮਿੱਠੇ ਮੇਵੇ, ਆਪਸ਼ਨ ਬੀ ਵਿਧਾਤਾ ਸਿੰਘ ਤੀਰ। 145 ਹੈ ਕਿ ਕਿਹੜਾ ਕਵੀ ਕਵਿਤਾ ਦੇ ਨਾਲ ਮਨੋਵਿਗਿਆਨ ਦੇ ਖੇਤਰ ਨਾਲ ਵੀ ਸੰਬੰਧਿਤ ਹੈ? ਇਸ ਸਵਾਲ ਦਾ ਸਹੀ ਜਵਾਬ ਹੈ ਆਪਸ਼ਨ ਸੀ। ਆਪਸ਼ਨ ਸੀ ਜਸਵੰਤ ਸਿੰਘ ਨੇਕੀ, ਕਿਉਂਕਿ ਜਿਹੜੇ ਜਸਵੰਤ ਸਿੰਘ ਨੇਕੀ ਨੇ, ਡਾਕਟਰ ਜਸਵੰਤ ਸਿੰਘ ਨੇਕੀ ਨੇ, ਇਹ ਮੁਖੀ ਰਹੇ ਨੇ ਮਨੋਚਿਕਿਤਸਾ ਵਿਭਾਗ ਦੇ ਬਹੁਤ ਸਾਰੇ ਵੱਡੇ ਹਸਪੀਟਲਾਂ ਦੇ ਵਿੱਚ। ਤਾਂ ਆਪਸ਼ਨ ਸੀ ਸਹੀ ਆਨਸਰ ਹੈ। 146 ਪੰਜਾਬੀ ਬਾਤਚੀਤ ਪੁਸਤਕ ਦਾ ਲੇਖਕ ਕੌਣ ਹੈ? ਬਹੁਤ ਪੁਰਾਣਾ, ਬੜੀ ਦੇਰ ਤੋਂ ਆ ਰਿਹਾ ਸਵਾਲ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਰਾਈਟ ਆਪਸ਼ਨ ਇਜ਼ ਏ, ਸ਼ਰਧਾ ਰਾਮ ਫਿਲੌਰੀ। 147 ਹੈ ਕਿ ਚੰਚਲ ਦਾ ਪ੍ਰਿਆਵਾਚੀ, ਪ੍ਰਿਆਵਾਚੀ ਹੁੰਦਾ ਹੈ ਕਿ ਉਹਦੇ ਨਾਲ ਰਲਦਾ ਮਿਲਦਾ ਸ਼ਬਦ। ਚੰਚਲ ਦਾ ਪ੍ਰਿਆਵਾਚੀ ਪੁੱਛਿਆ ਤਾਂ ਅਸੀਂ ਕਹਿ ਸਕਦੇ ਹੈਗੇ ਆ ਕਿ ਜਿਹੜਾ ਸ਼ੋਖ ਹੁੰਦਾ, ਸ਼ੋਖ, ਉਹ ਚੰਚਲ ਹੁੰਦਾ ਹੈ। ਇਹਦਾ ਮਤਲਬ 147 ਦਾ ਰਾਈਟ ਆਨਸਰ ਡੀ ਹੈ, ਸ਼ੋਖ। 148 ਆ ਗਿਆ ਕਿ ਸ਼ਬਦਾਂ ਦੇ ਅੰਤ ਜਾਂ ਵਿਚਾਲੇ ਆਉਂਦੀ ਹੈ। ਰਾਈਟ ਆਨਸਰ ਇਜ਼ ਏ, ਉੱਚੀ ਸੁਰ। ਉੱਚੀ ਸੁਰ ਰਾਈਟ ਆਨਸਰ ਹੈ ਏ 148 ਨੰਬਰ ਸਵਾਲ ਦਾ। 149 ਨੰਬਰ ਸਵਾਲ ਹੈ ਕਿ ਪੁਰਸਲਾਤ ਅਤੇ ਅਨਲ ਹੱਕ ਕਿਸ ਕਾਵਿਧਾਰਾ ਦੇ ਸੰਕਲਪ ਹਨ? ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੂਫੀ ਕਾਵਿ ਨਾਲ ਸੰਬੰਧਿਤ ਨੇ। ਪੁਰਸਲਾਤ ਜਿਹੜਾ ਹੁੰਦਾ ਹੈ ਅੱਗ ਦਾ ਦਰਿਆ ਹੁੰਦਾ ਹੈ ਜਿਹਨੂੰ ਤੈਰ ਕੇ ਪਾਰ ਕਰਨਾ ਹੁੰਦਾ ਹੈ। ਅਨਲ ਹੱਕ ਜਿਹੜਾ ਹੁੰਦਾ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਮੈਂ ਖੁਦਾ ਮੈਂ ਖੁਦਾ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੂਫੀ ਕਾਵਿ ਨਾਲ ਸੰਬੰਧਿਤ ਨੇ, ਆਪਸ਼ਨ ਸੀ ਬਿਲਕੁਲ ਰਾਈਟ ਆਨਸਰ ਹੈ 149 ਦਾ। ਲਾਸਟ ਸਵਾਲ ਸੀ 150 ਨੰਬਰ, ਕੱਕਾ ਤੇ ਖੱਖਾ ਦਾ ਅੰਤਰ ਕੀ ਹੈ? ਤਾਂ ਅਸੀਂ ਕਹਿ ਸਕਦੇ ਹੈਗੇ ਆ ਕਿ ਇਹਨਾਂ ਦਾ ਅੰਤਰ ਜਿਹੜਾ ਹੈਗਾ ਉਹ ਪ੍ਰਾਣਤਾ ਦਾ ਹੈਗਾ, ਪ੍ਰਾਣਤਾ ਦਾ ਅੰਤਰ। ਕਿਉਂਕਿ ਕੱਕਾ ਜਿਹੜਾ ਹੈ ਉਹ ਅਲਪ ਪ੍ਰਾਣ ਹੈ ਤੇ ਖੱਖਾ ਮਹਾਪ੍ਰਾਣ ਧੁਨੀ ਹੈ। ਵੈਸੇ ਇਹ ਦੋਵੇਂ ਅਨਾਦੀ ਧੁਨੀਆਂ ਨੇ, ਪਰ ਕੱਕਾ ਅਲਪ ਪ੍ਰਾਣ ਤੇ ਮਹਾਪ੍ਰਾਣ ਜਿਹੜਾ ਹੈ ਉਹ ਖੱਖਾ ਹੈ। ਤਾਂ ਰਾਈਟ ਆਨਸਰ ਜਿਹੜਾ ਹੈ 150 ਦਾ ਉਹ ਬਣਦਾ ਹੈਗਾ ਆਪਸ਼ਨ ਬੀ, ਪ੍ਰਾਣਤਾ। ਸੋ ਦੋਸਤੋ, ਅਸੀਂ ਮਿਹਨਤ ਕੀਤੀ ਹੈ ਤੁਹਾਡੇ ਵਾਸਤੇ, ਇਹ ਵੀਡੀਓ ਲੈ ਕੇ ਆਏ ਹਾਂ। ਬੜੀ ਮਿਹਨਤ ਦੇ ਨਾਲ ਅਸੀਂ ਸਹੀ ਜਿਹੜੇ ਉੱਤਰ ਨੇ ਉਹ ਤਲਾਸ਼ੇ ਹੈਗੇ ਨੇ। ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਸਾਡੇ ਚੈਨਲ ਦਾ ਗੋਲਡਨ ਗੇਟ ਸਟੂਡੀਓ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ, ਕਮੈਂਟ ਕਰਿਓ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਮਿਹਰਬਾਨੀ, ਧੰਨਵਾਦ।